की हाल ने साथियों, सब ठीक हो। असामियां की घोषणा करती किन्नियां 26,000 कुछ उत्ते कीतियां 500 26,500 कुछ उत्ते कीतियां ने पोस्टां ते हुण आपां जल्द तो जल्द नोटिफिकेशन कड्ढणगे ओह। आपां नूं चाहीदा भी हुण आपां आपदा सिलेबस कवर करिए ते नाल ही टैस्टां की तैयारी शुरू कर दी भी रोज़ टैसट होया करनगे। फिर हौली हौली टैसटां दे विच की ज़्यादा पता लगदा भी गल्लां किहड़ियां चीज़ कित्थे सी, की कमी है मेरी। सिलेबस तो कर ही लैंदा हरेक आलमोस्ट, पर जिहड़ियां कमियां हुंदियां ने ओह टैसटां तो पता लगदियां भी अपणियां कमियां काह च ने, आपां नूं पूरियां करनियां पैणियां। चलो अज दे आपां टॉपिक दे विच, अज दे वीडियो विच आपां की करांगे, जिहड़े आपां ओहदे फंडामेंटल राइट्स कीते सीगे। आपां आर्टिकल कर रहे सी ना, फंडामेंटल राइट्स कर रहे सी। फंडामेंटल राइट्स नूं की कहा जांदा? मैगना कार्टा। की कहा जांदा? मैगना कार्टा। एक उदों बाद आपां कीता सीगा वीडियो दे विच कित्ता कर लए सी आपां ने कर लए सीगे आर्टिकल नंबर 51A तक, है ना, ड्यूटी ऑफ सिटीजनशिप। हाँ 51A तक कर लए सीगे। हुण जिहड़े 51A दे विच जिहड़े पार्ट आउणगे 36 तो 51 ना, ਉਹ ਇੰਨੇ ਵੀ ਜ਼ਿਆਦਾ ਵੀ ਪੁੱਛੇ ਨਹੀਂ ਜਾਂਦੇ ਹੈਗੇ ਵੀ। ਜ਼ਿਆਦਾਤਰ ਵੀ ਮੇਨ ਗੱਲ ਜੀ ਹੁੰਦੀ ਆ ਉਹ 'ਚ ਵਿੱਚ ਕਿਹਦੇ ਬਾਰੇ ਗੱਲ ਹੁੰਦੀ ਆ ਉਹਦੇ ਵਿੱਚ ਆਰਟੀਕਲਾਂ ਬਾਰੇ ਗੱਲ ਹੁੰਦੀ ਹੈ। ਕਿਹੜੇ ਵੀ ਜਿਹੜੇ ਰਾਜ ਦੇ ਨਿੱਜੀ ਨਿਰਦੇਸ਼ਕ ਸਿਧਾਂਤਾਂ ਬਾਰੇ ਦੱਸਦਾ, ਉਹਦੇ ਵਿੱਚ ਦੱਸਿਆ ਜਾਂਦਾ। ਅਤੇ ਉਹਦੇ ਵਿੱਚ ਕੋਈ ਵੀ ਸੋਧਾਂ ਹੋਣਗੀਆਂ ਉਹ ਨਾਗਰਿਕਤਾ ਬਾਰੇ, ਨਿਰਦੇਸ਼ ਕੋਈ ਵੀ ਸਿਧਾਂਤ ਉਹਨਾਂ ਨਿੱਜੀ ਆਪਣੇ ਜਾਂ ਕੋਈ ਰਾਜ ਦੇ ਹੋਣਗੇ, ਉਹਨਾਂ ਬਾਰੇ ਗੱਲਾਂ ਹੋਣਗੀਆਂ ਸਾਰੀਆਂ। ਆਪਾਂ ਆਰਟੀਕਲ ਕਰਦੇ ਹਾਂ ਹੁਣ ਅਗਲਾ 52 ਤੋਂ 151। ਇਹਦੇ ਵਿੱਚ ਆਪਾਂ ਮੇਨ ਆਰਟੀਕਲ ਕਰਾਂਗੇ। ਇਹ ਆਰਟੀਕਲ ਆਪਾਂ ਨੂੰ ਕਾਹਦੇ ਬਾਰੇ ਦੱਸਦੇ ਆ? 52 ਤੋਂ 51। ਆਰਟੀਕਲ 52 ਤੋਂ 51 ਪੰਜਵੇਂ ਪਾਰਟ ਦੇ ਵਿੱਚ ਇਹ ਗੌਰਮੈਂਟ ਐਟ ਦੀ ਯੂਨੀਅਨ ਲੈਵਲ, ਵੀ ਮਤਲਬ ਜਿਹੜੇ ਗੌਰਮੈਂਟ ਦੇ ਕੋਈ ਵੀ ਯੂਨੀਅਨ ਬਣਦੀਆਂ ਜਾਂ ਕੋਈ ਲੇਵਲ ਬਣਾਉਂਦੇ ਆ, ਕੋਈ ਪੋਸਟ ਧਰਦੀ ਆ, ਉਹ ਕਿਵੇਂ ਲੇਵਲ ਚੁਣੇ ਹੋਏ ਆ। ਪਹਿਲਾਂ ਮੁੱਖ ਮੰਤਰੀ ਆ, ਪਹਿਲਾਂ ਐਮਐਲਏ ਤੋਂ ਬਾਅਦ ਮੁੱਖ ਮੰਤਰੀ ਤੋਂ ਬਾਅਦ CM ਆ, ਇਹ ਗਵਰਨਰ ਆ, ਇਹ ਰਾਸ਼ਟਰਪਤੀ ਆ। ਇਹ ਚੀਜ਼ਾਂ ਬਾਰੇ ਦੱਸੋ ਵੀ ਕੀ ਗੱਲਾਂ ਹੁੰਦੀਆਂ ਨੇ। ਹੁਣ ਉਹਦੇ ਵਿੱਚ ਲਿਖਿਆ ਜਿਹੜਾ ਆਰਟੀਕਲ ਨੰਬਰ 52, ਆਰਟੀਕਲ ਨੰਬਰ 52 ਤੋਂ 63 ਕਿਹਦੇ ਬਾਰੇ ਦੱਸਦੇ ਆ? 52 ਤੋਂ 62 ਤੱਕ, 62 ਤੱਕ ਤੇ 72 ਤੇ 143 ਇਹ ਕਿਹਦੇ ਬਾਰੇ ਦੱਸਦੇ ਆ? ਇਹ ਦੱਸਦੇ ਆ ਆਰਟੀਕਲ ਕਿਹਦੇ ਬਾਰੇ ਦੱਸਦੇ? ਇਹ ਪ੍ਰੈਜ਼ੀਡੈਂਟ ਬਾਰੇ, ਰਾਸ਼ਟਰਪਤੀ ਬਾਰੇ। ਹੁਣ ਇਹ 'ਚ ਰੂਲ ਦੱਸੇ ਹੋਣੇ ਵੀ ਕਿਹੜਾ ਕਿਵੇਂ ਆ। ਹੁਣ ਆਪਾਂ ਇਹਨਾਂ ਜਿਵੇਂ ਮੋਟੇ ਕਰਾਂਗੇ ਹੁਣ ਆਪਾਂ ਆਰਟੀਕਲ ਵੀ ਕਿਹੜਾ ਕੀ ਕਰਦਾ, ਠੀਕ ਆ। ਹੁਣ ਜਿਵੇਂ ਆ ਗਿਆ ਪ੍ਰੈਜ਼ੀਡੈਂਟ, ਪਹਿਲਾ ਆਰਟੀਕਲ ਨੰਬਰ 52, ਆਰਟੀਕਲ ਨੰਬਰ 52 ਕਿਹਦੇ ਬਾਰੇ ਦੱਸਦਾ ਗਾ? ਪ੍ਰੈਜ਼ੀਡੈਂਟ ਬਾਰੇ। ਕਿਹਦੇ ਬਾਰੇ ਦੱਸਦਾ? ਪ੍ਰੈਜ਼ੀਡੈਂਟ ਬਾਰੇ। ਇਹ 'ਚ ਕੀ ਪ੍ਰੈਜ਼ੀਡੈਂਟ ਬਾਰੇ, ਰਾਸ਼ਟਰਪਤੀ ਦੇ ਬਾਰੇ ਕੀ ਦੱਸਦਾ ਵੀ ਕਿਵੇਂ ਉਹਦੀ ਪੋਸਟ ਇਲੈਕਟ ਹੋਊਗੀ, ਕੀ ਚੀਜ਼ਾਂ ਹੋਣਗੀਆਂ ਉਹ 'ਚ, ਕੀ ਪਾਵਰਾਂ। ਇਕੱਲੀ ਪ੍ਰੈਜ਼ੀਡੈਂਟ ਬਾਰੇ ਦੱਸਦਾ। ਕਿੱਥੋਂ ਲੈਤਾ ਗਿਆ ਹੈ? 52 ਆਰਟੀਕਲ। ਉਦੋਂ ਬਾਅਦ ਆ ਗਿਆ 53 ਆਰਟੀਕਲ, ਆਰਟੀਕਲ ਨੰਬਰ 53। ਇਹ ਕੀ ਦੱਸਦਾ? ਰਾਸ਼ਟਰਪਤੀ ਕੋਲ ਕਿਹੜੀਆਂ ਪਾਵਰਾਂ ਨੇ ਦੇਸ਼ ਨੂੰ ਚਲਾਉਣ ਲਈ, ਕਿਹੜੀਆਂ ਪਾਵਰਾਂ ਨੇ ਦੇਸ਼ ਨੂੰ ਚਲਾਉਣ ਲਈ, ਰਾਸ਼ਟਰਪਤੀ ਦੇ ਬਾਰੇ ਦੱਸਦਾ ਇਹ ਕਿਹੜੀਆਂ ਪੋਸਟਾਂ ਨੇ। ਉਦੋਂ ਬਾਅਦ ਆਰਟੀਕਲ ਨੰਬਰ 54। ਇਹ ਕੀ ਦੱਸਦਾ? ਜਿਹੜਾ ਰਾਸ਼ਟਰਪਤੀ ਆ ਉਹ ਚੁਣਿਆ ਹੋਣਾ ਚਾਹੀਦਾ, ਉਹ ਕਿਵੇਂ ਚੁਣਿਆ ਜਾਊ ਤੇ ਕਿਵੇਂ ਚੁਣਿਆ ਹੋਣਾ ਚਾਹੀਦਾ, ਕਿਵੇਂ ਉਹ 'ਚ ਵੋਟਾਂ ਪੈਣਗੀਆਂ ਪ੍ਰੈਜ਼ੀਡੈਂਟ ਦੀਆਂ, ਕੌਣ ਵੋਟਾਂ ਪਾ ਸਕਦਾ ਗਾ। ਇਹ ਕਿਹੜੇ ਆਰਟੀਕਲ 'ਚ ਦੱਸਿਆ? 54, ਆਰਟੀਕਲ ਨੰਬਰ 54। ਉਦੋਂ ਬਾਅਦ ਆ ਗਿਆ 55, ਆਰਟੀਕਲ ਨੰਬਰ 55। ਇਹ 'ਚ ਕੀ ਦੱਸਿਆ ਗਿਆ ਆਰਟੀਕਲ ਨੰਬਰ 55 'ਚ? ਇਹ 'ਚ ਕਹਿੰਦੇ ਇਲੈਕਸ਼ਨ ਪ੍ਰੋਸੀਜਰ, ਜਿਹੜੀਆਂ ਵੋਟਾਂ ਹੋਣਗੀਆਂ ਰਾਸ਼ਟਰਪਤੀ ਦੀਆਂ ਉਹ ਕਿਵੇਂ ਹੋਣਗੀਆਂ। ਜਿਵੇਂ ਮੈਂ ਦੱਸਿਆ ਸੀ ਤੁਹਾਨੂੰ ਵੀ ਕਿਹੜਾ ਵੋਟ ਪਾ ਸਕਦਾ ਤੇ ਕਿੰਨੇ ਵਾਰ ਵੋਟਾਂ 'ਚ ਖੜਾ ਹੋ ਸਕਦਾ, ਇਹ ਚੀਜ਼ਾਂ ਬਾਰੇ ਇਕੱਲੀਆਂ ਗੱਲਾਂ ਦੱਸੀਆਂ। 55 ਆਰਟੀਕਲ ਦੇ ਵਿੱਚ ਇਹ ਲਿਖਿਆ ਗਿਆ। ਉਦੋਂ ਬਾਅਦ ਅਗਲਾ ਆਰਟੀਕਲ ਕਿਹੜਾ ਆ ਗਿਆ? ਅਗਲਾ ਆਰਟੀਕਲ ਆ ਗਿਆ 56, ਆਰਟੀਕਲ ਨੰਬਰ 56। ਇਹਦੇ ਵਿੱਚ ਕੀ ਦੱਸਦਾ? ਕਾਰਜਕਾਲ ਰਾਸ਼ਟਰਪਤੀ ਦਾ ਕਿੰਨੇ ਸਾਲਾਂ ਦਾ ਹੋਵੇਗਾ, ਕਿੰਨਾ ਟਾਈਮ ਉਹ
ਕੰਮ ਕਰੂਗਾ। ਕਿੰਨੇ ਸਾਲਾਂ ਦਾ ਆਪਣਾ ਕਾਰਜਕਾਲ? 5 ਸਾਲਾਂ ਦਾ। ਆਫਿਸ ਟਰਮ ਬਾਰੇ ਦੱਸਿਆ ਜਾਂਦਾ ਕਿੰਨੇ ਸਮਾਂ ਉਹ ਕੰਮ ਕਰੂਗਾ। ਇੱਕ ਵਾਰੀ ਵੋਟਾਂ 'ਚ ਖੜਾ ਹੋ ਕੇ ਚੁਣਿਆ ਗਿਆ ਉਹ ਚੁਣਿਆ ਕਿਹਨਾਂ ਦੁਆਰਾ ਚੁਣਿਆ ਜਾਂਦਾ? ਜਿਹੜੇ ਲੋਕ ਸਭਾ ਤੇ ਰਾਜ ਸਭਾ ਦੇ ਸਪੀਕਰ ਹੁੰਦੇ ਆ ਉਹਨਾਂ ਦਾ ਸਪੀਕਰ ਨਹੀਂ ਸੌਰੀ MP ਹੁੰਦੇ ਆ ਉਹਨਾਂ ਦੁਆਰਾ ਚੁਣਿਆ ਜਾਂਦਾ। ਵੋਟਿੰਗ ਪੈ ਕੇ ਰਾਜ ਸਭਾ ਦੀ ਵੋਟਿੰਗ ਪੈ ਕੇ ਉਹ ਚੁਣਿਆ ਜਾਂਦਾ ਤੇ ਲੋਕ ਸਭਾ ਦੀ ਤੇ ਉਦੋਂ ਚੁਣਿਆ ਜਾਂਦਾ। ਕਈ ਹੱਕਦਾਰ ਹੁੰਦੇ ਆ ਮਤਲਬ 5 ਜਣੇ ਹੱਕਦਾਰ ਆ ਉਹਨਾਂ ਜਿਹਨੂੰ ਵੋਟਾਂ ਵੱਧ ਪੈ ਜਾਣਗੀਆਂ ਉਹ ਕੀ ਬਣ ਜੂ? ਰਾਸ਼ਟਰਪਤੀ ਬਣ ਜੂਗਾ। ਤੇ ਇਹ 'ਚ ਦੱਸਿਆ ਗਿਆ ਆਫਿਸ ਟਰਮ ਕਿੰਨੇ? 5 ਸਾਲ। ਇੱਕ ਵਾਰ ਚੁਣਿਆ ਗਿਆ ਉਹ 5 ਸਾਲਾਂ ਲਈ ਰਾਸ਼ਟਰਪਤੀ ਬਣ ਜੂਗਾ। 5 ਸਾਲਾਂ ਬਾਅਦ ਨਵੀਆਂ ਵੋਟਾਂ ਪੈਣਗੀਆਂ ਫਿਰ ਦੁਬਾਰੇ ਚੁਣਿਆ ਜਾਊਗਾ। ਉਸ ਤੋਂ ਬਾਅਦ ਆਰਟੀਕਲ ਨੰਬਰ 57। ਆਰਟੀਕਲ ਨੰਬਰ 57 ਇਹ ਕੀ ਦੱਸਦਾ ਹੈਗਾ? ਇਹ ਕਹਿੰਦਾ ਆਪਣਾ ਇੱਕ ਹੀ ਆਦਮੀ ਕਈ ਵਾਰ ਰਾਸ਼ਟਰਪਤੀ ਦੀਆਂ ਪੋਸਟਾਂ ਲਈ ਲੜ ਸਕਦਾ। ਜੇ ਮਤਲਬ ਕੋਈ ਰਾਸ਼ਟਰਪਤੀ ਪਹਿਲਾਂ ਬਣ ਗਿਆ ਸੀਗਾ ਹੁਣ ਦੁਬਾਰੇ ਫਿਰ ਵੋਟਾਂ 'ਚ ਖੜਾ ਹੋ ਗਿਆ ਹੁਣ ਫਿਰ ਜਿੱਤ ਗਿਆ ਜਾਂ ਹਾਰ ਗਿਆ ਕੁਝ ਵੀ ਹੋ ਗਿਆ ਉਹ ਕਈ ਵਾਰ ਵੋਟਾਂ ਲੜ ਸਕਦਾ। ਮਤਲਬ ਗਿਣਤੀ ਨਹੀਂ ਕੋਈ ਹੈਗੀ ਵੀ ਕਿੰਨੇ ਮਰਜ਼ੀ ਵਾਰ ਰਾਸ਼ਟਰਪਤੀ ਬਣ ਜੇ ਤੇ ਕਿੰਨੇ ਮਰਜ਼ੀ ਵਾਰ ਵੋਟਾਂ 'ਚ ਖੜਾ ਹੋਵੇ ਰਾਸ਼ਟਰਪਤੀ ਦੀਆਂ 'ਚ। ਉਹ 'ਚ ਕੀ ਗੱਲ ਕਹੀ ਹੈ? ਪਰ ਕਹਿੰਦੇ USA ਦੇ ਵਿੱਚ ਕੀ ਗੱਲ ਆ? USA ਦੇ ਵਿੱਚ 4 ਸਾਲਾਂ ਲਈ ਰਾਸ਼ਟਰਪਤੀ ਬਣਦਾ ਪਰ 2 ਵਾਰ ਬਣ ਸਕਦਾ। 2 ਵਾਰ ਕਦੋਂ ਵੀ 2 ਵਾਰ ਬਣ ਸਕਦਾ ਉਦੋਂ ਵੱਧ ਨਹੀਂ ਬਣ ਸਕਦਾ। ਜਿਹੜਾ ਆਪਣੇ ਆ ਕਿੰਨੇ ਮਰਜ਼ੀ ਵਾਰ ਰਾਸ਼ਟਰਪਤੀ ਬਣ ਸਕਦਾ ਕਿੰਨੇ ਮਰਜ਼ੀ ਵਾਰ ਵੋਟਾਂ 'ਚ ਖੜਾ ਹੋ ਸਕਦਾ। ਕਾਰਜਕਾਲ ਕਿੰਨਾ? 5 ਸਾਲਾਂ ਦਾ। ਅਗਲਾ ਆ ਗਿਆ ਆਰਟੀਕਲ ਨੰਬਰ 58। ਇਹ 'ਚ ਕੀ ਆ? ਰਾਸ਼ਟਰਪਤੀ ਦੀ ਗੱਲ ਦੱਸੀ ਗਈ। ਇਹ 'ਚ ਰਾਸ਼ਟਰਪਤੀ ਕਿੰਨੀ ਉਮਰ ਹੋਊਗੀ ਕੀ ਕੁਆਲੀਫਿਕੇਸ਼ਨ ਹੋਣਗੀਆਂ ਉਹਨਾਂ ਬਾਰੇ ਦੱਸਿਆ ਗਿਆ। ਮੇਨ ਗੱਲ ਤਾਂ ਕੀ ਆ 58 ਆਰਟੀਕਲ ਕੀ ਦਿੰਦਾ? ਕਿਹੜੀਆਂ ਕੁਆਲੀਫਿਕੇਸ਼ਨ ਹੋਣੀਆਂ ਚਾਹੀਦੀਆਂ ਕੀ ਯੋਗਤਾ ਹੋਣੀ ਚਾਹੀਦੀ ਹੈ। ਉਹ 'ਚ ਕਹਿੰਦੇ ਰਾਸ਼ਟਰਪਤੀ ਕਹਿੰਦੇ 35 ਸਾਲ ਦਾ ਹੋਣਾ ਚਾਹੀਦਾ। ਦੇਸ਼ ਦਾ ਰਹਿਣ ਵਾਲਾ ਹੋਣਾ ਚਾਹੀਦਾ। ਨਾਗਰਿਕ ਹੋਣਾ ਚਾਹੀਦਾ। ਦਿਵਾਲੀਆ ਨਹੀਂ ਹੋਣਾ ਚਾਹੀਦਾ ਕਿਸੇ ਬੈਂਕ ਦਾ। ਕੋਈ ਉਹ 'ਤੇ ਕੇਸ ਨਹੀਂ ਚੱਲਣਾ ਚਾਹੀਦਾ। ਕੋਈ ਵੀ ਉਹ 'ਤੇ ਕੋਈ ਕੇਸ ਨਾ ਹੋਵੇ। ਤੇ ਇੱਕ ਹੋਰ ਗੱਲ ਕੀ ਹੋਣਾ ਚਾਹੀਦਾ? ਉਹ ਪੜ੍ਹਿਆ ਲਿਖਿਆ ਹੋਣਾ ਚਾਹੀਦਾ। ਤੇ ਇੱਕ ਹੋਰ ਗੱਲ ਵੀ ਉਹ ਕਹਿੰਦੇ ਕਿਸੇ ਵੀ ਸਰਕਾਰੀ ਨੌਕਰੀ ਤੇ ਨਾ ਲੱਗਿਆ ਹੋਵੇ। ਕਿਸੇ ਵੀ ਸਰਕਾਰੀ ਨੌਕਰੀ ਤੇ ਨਾ ਲੱਗਿਆ ਹੋਵੇ ਉਸ ਚਾਹੇ ਰਿਟਾਇਰ ਹੋਵੇ ਕੁਛ ਵੀ ਹੋਵੇ ਸਰਕਾਰੀ ਕੋਈ ਤਨਖਾਹ ਨਾ ਲੈਂਦਾ ਹੋਵੇ। ਇਹ ਚੀਜ਼ਾਂ ਬਾਰੇ ਇਹ 'ਚ ਹੋਣੀਆਂ ਰਾਸ਼ਟਰਪਤੀ 'ਚ ਹੋਣੀਆਂ ਚਾਹੀਦੀਆਂ ਤਾਂ ਉਹ ਰਾਸ਼ਟਰਪਤੀ ਬਣ ਸਕਦਾ। ਉਸ ਤੋਂ ਬਾਅਦ ਆ ਗਿਆ ਆਰਟੀਕਲ ਨੰਬਰ 58। ਆਰਟੀਕਲ ਨੰਬਰ 58 ਇਹ ਕੀ ਕਹਿੰਦਾ? ਆਰਟੀਕਲ ਨੰਬਰ 58 ਇਹ ਕਹਿੰਦਾ ਰਾਸ਼ਟਰਪਤੀ ਦੀਆਂ ਸ਼ਕਤੀਆਂ ਕਿਹੜੀਆਂ ਕਿਹੜੀਆਂ ਨੇ। ਰਾਸ਼ਟਰਪਤੀ ਦੀਆਂ ਸ਼ਕਤੀਆਂ ਕਿਹੜੀਆਂ ਕਿਹੜੀਆਂ ਨੇ ਕੀ ਕਰ ਸਕਦਾ ਉਹ 'ਚ ਕੀ ਗੱਲਾਂ ਨੇ। ਇਹ ਕਿਹਦੇ 59 58 ਨਹੀਂ ਸੌਰੀ 59 ਆਰਟੀਕਲ 58 ਤਾਂ ਆਪਾਂ ਪਹਿਲਾਂ ਕਰ ਲਿਆ। 58 ਤਾਂ ਆਪਾਂ ਪਹਿਲਾਂ ਕਰ ਲਿਆ। 59 ਆਰਟੀਕਲ ਦੱਸਦਾ ਰਾਸ਼ਟਰਪਤੀ ਦੀਆਂ ਸ਼ਕਤੀਆਂ। ਰਾਸ਼ਟਰਪਤੀ ਦੀਆਂ ਸ਼ਕਤੀਆਂ ਬਾਰੇ ਕਿਹੜੀਆਂ ਸ਼ਕਤੀਆਂ ਹੋਣਗੀਆਂ। ਬਸ ਇੰਨਾ ਹੀ ਯਾਦ ਰੱਖਣਾ ਵੀ ਤੁਸੀਂ ਆਹ ਆਰਟੀਕਲ ਕਿਹਦੇ ਬਾਰੇ ਦੱਸਦਾ ਕਿਹਦੇ ਬਾਰੇ ਦੱਸਦਾ। ਬਸ ਇਸ ਤੋਂ ਵੱਧ ਬਾਹਲਾ ਡੈਫਥ 'ਚ ਨਹੀਂ ਜਾਂਦੇ ਇੰਨਾ ਕੀ ਰੱਖਣਗੇ। ਅਗਲਾ ਆ ਗਿਆ ਆਰਟੀਕਲ ਨੰਬਰ 60। ਆਰਟੀਕਲ ਨੰਬਰ 60 ਇਹ 'ਚ ਕੀ ਆ? ਆਰਟੀਕਲ ਨੰਬਰ 60 'ਚ ਕੀ ਆ? ਸਹੁੰ ਚੁੱਕ ਸਮਾਗਮ। ਜਦੋਂ ਕੋਈ ਵੀ ਰਾਸ਼ਟਰਪਤੀ ਮੁੱਖ ਮੰਤਰੀ ਕੋਈ ਵੀ ਸਹੁੰ ਚੁੱਕਦਾ ਹੁੰਦਾ ਨਾ ਆਪਦੇ ਅਹੁਦੇ ਦੀ ਉਹਦੇ ਬਾਰੇ ਦੱਸਿਆ। ਉਹ 'ਚ ਕਿਹਦੇ ਕੀ ਬੋਲੂਗਾ ਸਹੁੰ 'ਚ ਕੀ ਬੋਲੂਗਾ। ਮੈਂ ਆਪਦੇ ਦੇਸ਼ ਪ੍ਰਤੀ ਕੀ ਰਹੂੰਗਾ ਇਮਾਨਦਾਰ ਰਹੂੰਗਾ ਇਹ ਚੀਜ਼ਾਂ ਬਾਰੇ ਵੀ ਆਹ ਕਰੂੰਗਾ ਮੈਂ ਆਹ ਕਰੂੰਗਾ ਵੀ ਕਿ ਵੀ ਉਲੰਘਣਾ ਨਹੀਂ ਕਰਦਾ ਕੋਈ ਵੀ ਰੂਲ ਦੀ ਸਭ ਦੀ ਉਹ ਰੂਲਾਂ ਦੇ ਹਿਸਾਬ ਨਾਲ ਚੱਲੂੰਗਾ ਕਿਸੇ ਦੇ ਦਬਾਅ ਹੇਠ ਫੈਸਲਾ ਨਹੀਂ ਲਊਂਗਾ। ਉਹ ਚੀਜ਼ਾਂ ਬਾਰੇ 'ਚ ਸਹੁੰ ਵਿੱਚ ਬੋਲੀਆਂ ਜਾਂਦੀਆਂ ਸਹੁੰ ਚੁੱਕ ਸਮਾਗਮ ਦੇ ਵਿੱਚ। ਤੇ ਅਗਲਾ ਆ ਗਿਆ ਆਰਟੀਕਲ ਨੰਬਰ 61। ਆਰਟੀਕਲ ਨੰਬਰ 61 ਇਹ 'ਚ ਕੀ ਕਹਿੰਦੇ? ਇੰਪੀਚਮੈਂਟ ਮਹਾਭਿਯੋਗ। ਇਹ 'ਚ ਇੰਪੀਚਮੈਂਟ ਹੁੰਦੀ ਹੈ ਮਹਾਭਿਯੋਗ ਕੀ ਮਤਲਬ ਕਿ ਰਾਸ਼ਟਰਪਤੀ ਨੂੰ ਹਟਾਉਣਾ। ਜੇ ਰਾਸ਼ਟਰਪਤੀ ਕੋਈ ਇਲੀਗਲ ਕੰਮ ਕਰਦਾ ਕੋਈ ਗਲਤ ਫੈਸਲਾ ਦੇਤਾ ਜਾਂ ਕੋਈ ਗਲਤ ਕੰਮ ਕਰਦਾ ਤਾਂ ਉਹਦੇ 'ਤੇ ਦੋਸ਼ ਲਾ ਕੇ ਤਾਂ ਉਹਦੇ ਅੱਗੇ ਮਹਾਅਭਿਯੋਗ ਬਿਠਾਇਆ ਜਾਊਗਾ ਜਿਹਦੇ ਨਾਲ ਕੀ ਹੋਊਗਾ ਉਹਨੂੰ ਹਟਾ ਸਕਦੇ ਆ। ਮਤਲਬ ਕਈ ਜੱਜ ਇਕੱਠੇ ਹੋ ਕੇ ਕੀ ਕਰਨਗੇ ਉਹਦੇ ਖਿਲਾਫ ਕਮੇਟੀ ਬਿਠਾਉਣਗੇ ਵੀ ਇਹਨੇ ਕੀ ਗਲਤ ਕੀਤਾ ਕਿਵੇਂ ਕੀਤਾ ਇਨਕੁਆਇਰੀ ਕਰਕੇ ਸਾਰੀ ਫਿਰ ਉਹ 'ਤੇ ਫੈਸਲਾ ਲੈਣਗੇ ਵੀ ਇਹ ਸਬੂਤ ਸਹੀ ਨੇ ਕਿ ਗਲਤ ਨੇ ਤਾਂ ਉਹਨੂੰ ਹਟਾ ਸਕਦੇ ਆ ਕਮੇਟੀ ਬਿਠਾ ਕੇ। ਕਈ ਸਾਲ ਲੱਗ ਜਾਂਦੇ ਹਟਾਉਣ 'ਤੇ। ਉਸ ਤੋਂ ਬਾਅਦ ਆ ਗਿਆ ਆਰਟੀਕਲ ਨੰਬਰ 61 ਹੋ ਗਿਆ। ਹੁਣ ਆਪਾਂ ਕਰਾਂਗੇ ਆਰਟੀਕਲ ਨੰਬਰ 62। 62 ਇਹ 'ਚ ਕੀ ਦੱਸਿਆ ਗਿਆ? ਪੋਸਟ ਆਫ ਪ੍ਰੈਜ਼ੀਡੈਂਟ ਕਦੋਂ ਤੱਕ ਖਾਲੀ ਰਹੂਗੀ
ਕਦੋਂ ਤੱਕ ਖਾਲੀ ਰਹੂ। ਇਹ ਕਹਿੰਦੇ ਪੋਸਟ ਜਿਹੜੀ ਆ ਰਾਸ਼ਟਰਪਤੀ ਮਤਲਬ 5 ਸਾਲ ਕਾਰਜਕਾਲ ਹੋ ਗਿਆ, ਉਹ ਆਪਦੇ ਖਤਮ ਹੋ ਗਿਆ, ਪਹਿਲਾਂ ਵਾਲਾ ਰਾਸ਼ਟਰਪਤੀ 5 ਸਾਲ ਪੂਰੇ ਹੋ ਗਏ। ਪਰ ਜਿਹਨੂੰ ਨਵਾਂ ਰਾਸ਼ਟਰਪਤੀ ਚੁਣਨਾ ਤਾਂ ਘੱਟੋ ਘੱਟ 6 ਮਹੀਨੇ ਚਾਹੀਦੇ ਆ। 6 ਮਹੀਨਿਆਂ ਦੇ ਅੰਦਰ ਅੰਦਰ ਚੁਣਨਾ ਹੀ ਪੈਣਾ ਆਪਾਂ ਨੂੰ ਰਾਸ਼ਟਰਪਤੀ, ਨਵਾਂ ਕੋਈ ਰਾਸ਼ਟਰਪਤੀ। ਅਗਲਾ ਗਾ ਆਰਟੀਕਲ ਨੰਬਰ 72। ਸਾਰੇ ਜਿਹੜੇ ਰਾਸ਼ਟਰਪਤੀ ਨਾਲ ਲੱਗਦੇ ਆ ਉਹ। ਆਰਟੀਕਲ ਨੰਬਰ 72 ਦੇ ਵਿੱਚ ਕੀ ਦੱਸਿਆ ਗਿਆ? ਕਿਸੇ ਵੀ ਅਪਰਾਧੀ ਦੀ ਸਜ਼ਾ ਘਟਾ ਸਕਦਾ ਅਤੇ ਵਧਾ ਸਕਦਾ। ਇਹ 'ਚ ਕੀ ਆ 72 ਆਰਟੀਕਲ ਦੇ ਵਿੱਚ ਦੱਸਿਆ ਗਿਆ ਵੀ ਰਾਸ਼ਟਰਪਤੀ ਕੋਲ ਇਹ ਪਾਵਰ ਆ ਗਈ ਵੀ ਕਿਸੇ ਵੀ ਅਪਰਾਧੀ ਦੀ ਸਜ਼ਾ ਵਧਾ ਵੀ ਸਕਦਾ ਤੇ ਘਟਾ ਵੀ ਸਕਦਾ। ਜੇ ਕਿਸੇ ਨੂੰ ਫਾਂਸੀ ਦੀ ਸਜ਼ਾ ਗਈ ਉਹਨੂੰ ਮਾਫ ਵੀ ਕਰਾ ਸਕਦਾ। ਜੇ ਮਤਲਬ ਕਿਸੇ ਨੂੰ ਫਾਂਸੀ ਦੀ ਸਜ਼ਾ ਉਹਨੂੰ ਮਾਫ ਕਰਾ ਕੇ ਕੈਦ ਕਰਾ ਸਕਦਾ। ਜੇ ਕਿਸੇ ਨੂੰ ਕੈਦ ਆ ਉਹਨੂੰ ਕੀ ਕਰਾ ਸਕਦਾ? ਫਾਂਸੀ ਦੀ ਸਜ਼ਾ ਵੀ ਕਰਾ ਸਕਦਾ ਐਜ਼ ਪਰ ਉਹਦੇ ਜਿੰਨੇ ਉਹਦੇ ਗੁਨਾਹ ਕੀਤੇ ਹੋਣਗੇ। ਠੀਕ ਆ। ਅਗਲਾ ਆ ਗਿਆ ਆਰਟੀਕਲ ਨੰਬਰ 143। ਇਹ ਸਾਰੇ ਆਰਟੀਕਲ ਕਿਹਦੇ ਨਾਲ ਸਹਿਮਤ ਨੇ? ਰਾਸ਼ਟਰਪਤੀ ਨਾਲ, ਪੋਸਟ ਨਾਲ। ਆਰਟੀਕਲ ਨੰਬਰ 143 ਇਹ 'ਚ ਕੀ ਦੱਸਿਆ ਗਿਆ? ਸੁਪਰੀਮ ਕੋਰਟ ਤੋਂ ਐਡਵਾਈਸ ਲੈ ਸਕਦਾ, ਐਡਵਾਈਸ ਦੇ ਸਕਦਾ। ਜੇ ਮਤਲਬ ਆਪਾਂ ਕੋਈ ਵੀ ਬਿੱਲ ਬਣ ਰਿਹਾ, ਕੋਈ ਬਿੱਲ ਜਾ ਰਿਹਾ, ਰਾਸ਼ਟਰਪਤੀ ਨੇ ਸਾਈਨ ਕਰਨੇ ਆ, ਉਹ ਜਿਹੜੇ ਰੂਲ ਚੈੱਕ ਕਰਨੇ ਹੁੰਦੇ ਉਹਨੇ ਵੀ ਆਹ ਰੂਲਾਂ ਦੇ ਸਹੀ, ਜਿਹੜਾ ਬਿੱਲ ਹੈਗਾ ਰੂਲਾਂ ਦੇ ਪ੍ਰਤੀ ਸਹੀ ਹੈਗਾ, ਵੀ ਸਹੀ ਬਣਿਆ, ਤਾਂ ਕੀ ਕਰੂਗਾ ਰਾਸ਼ਟਰਪਤੀ? ਕੀ ਕਰੂਗਾ ਉਹ? ਕੀ ਕਰੂਗਾ? ਸੁਪਰੀਮ ਕੋਰਟ ਨੂੰ ਕਹੂਗਾ ਵੀ ਤੁਸੀਂ ਮੈਨੂੰ ਚੈੱਕ ਕਰਕੇ ਦਿਓ ਵੀ ਇਹ ਰੂਲ ਜਿਹੜੇ ਆਪਣੇ ਕਿਤਾਬ ਦੇ ਵਿੱਚ ਲਿਖਿਆ, ਆਪਣਾ ਸੰਵਿਧਾਨ ਲਿਖਿਆ, ਉਹਦੇ ਨਾਲ ਸਹੀ ਆ, ਵੀ ਉਹਨਾਂ ਨਾਲ ਭੰਗ ਤਾਂ ਨਹੀਂ ਹੋ ਰਹੇ ਰੂਲ। ਤਾਂ ਜੇ ਨਹੀਂ ਭੰਗ ਹੋ ਰਹੇ ਤਾਂ ਸੁਪਰੀਮ ਕੋਰਟ ਉਹਨਾਂ ਨੂੰ ਚੈੱਕ ਕਰਕੇ ਦੇਊਗਾ ਨੇ ਟਾਈਮ ਦੇ ਵਿੱਚ, ਤਾਂ ਕਿ ਉਹਦਾ ਕੰਮ ਸੌਖਾ ਹੋ ਜਾਏ। ਕਿਹਦਾ? ਰਾਸ਼ਟਰਪਤੀ ਦਾ। ਉਹ ਤੋਂ ਕੀ ਕਰ ਸਕਦਾ? ਐਡਵਾਈਸ ਲੈ ਸਕਦਾ। ਇਹ ਹੋ ਗਏ ਇਹ ਪਹਿਲਾਂ ਆਪਾਂ ਮੋਟੇ ਆਹ ਚੀਜ਼ਾਂ ਚਲ ਆਪਾਂ ਆ ਗਏ। ਇਹ ਹੋ ਗਏ। ਅੱਗੇ ਆਪਾਂ ਕਰਦੇ ਹਾਂ ਆਰਟੀਕਲ ਨੰਬਰ ਪਾਰਲੀਮੈਂਟ। ਪਾਰਲੀਮੈਂਟ ਨਾਲ ਕਿਹੜੇ ਕਿਹੜੇ ਆਰਟੀਕਲ ਲੱਗੇ ਹੋਏ ਨੇ? ਪਾਰਲੀਮੈਂਟ ਨਾਲ ਕਿਹੜੇ ਕਿਹੜੇ ਆਰਟੀਕਲ ਲੱਗੇ ਹੋਏ ਨੇ? ਇਹ 'ਚ ਕੀ ਆਪਾਂ ਦੇਖਾਂਗੇ ਵੀ ਪਾਰਲੀਮੈਂਟ ਨਾਲ ਕਿਹੜੇ ਆਰਟੀਕਲ? ਕਹਿੰਦੇ ਜਿਹੜੇ 79 ਆਰਟੀਕਲ ਆ ਕਿਹਦੇ ਨਾਲ ਸੰਬੰਧਿਤ ਆ? ਪਾਰਲੀਮੈਂਟ ਆਫ ਇੰਡੀਆ। ਪਾਰਲੀਮੈਂਟ 'ਚ ਕੀ ਹੋਊਗਾ? ਜਿਹੜਾ 80 ਆ ਇਹ ਕਿਹਦੇ ਨਾਲ ਆ? ਰਾਜ ਸਭਾ ਨਾਲ। ਇਹ ਆ ਰਾਜ ਸਭਾ ਨਾਲ। ਆਰਟੀਕਲ ਨੰਬਰ 81 ਕਿਹਦੇ ਨਾਲ ਆ? ਲੋਕ ਸਭਾ ਨਾਲ। ਆਰਟੀਕਲ ਨੰਬਰ 84 ਕਿਹਦੇ ਨਾਲ ਆ? ਐਮਪੀ ਦੀਆਂ ਕੁਆਲੀਫਿਕੇਸ਼ਨ ਬਾਰੇ। ਹੁਣ ਦੇਖ ਲਓ, ਪਾਰਲੀਮੈਂਟ ਕਰਾਂਗੇ ਨਾ ਉਦੋਂ ਆਪਾਂ ਇਕੱਲੀ ਚੀਜ਼ ਐਕਸਪਲੇਨ ਕਰਾਂਗੇ। ਹੁਣ ਤਾਂ ਆਪਾਂ ਆਰਟੀਕਲ ਕਰ ਰਹੇ ਹਾਂ। 79 79 ਕਿਹਦੇ ਨਾਲ? ਪਾਰਲੀਮੈਂਟ ਕਿਹੜੀ ਆਪਣੀ ਇੰਡੀਆ ਦੀ ਪਾਰਲੀਮੈਂਟ ਕੀ ਆ? 80 ਆਰਟੀਕਲ ਰਾਜ ਸਭਾ ਤੇ 81 ਆਰਟੀਕਲ ਕਿਹਦੇ ਨਾਲ ਆ? ਲੋਕ ਸਭਾ ਦੇ ਨਾਲ। 84 ਕਿਹਦੇ ਨਾਲ? ਐਮਪੀ ਦੀਆਂ ਕੁਆਲੀਫਿਕੇਸ਼ਨ, ਐਮਪੀ ਦੀ ਯੋਗਤਾ ਕੀ ਹੋਊ। ਉਸ ਤੋਂ ਬਾਅਦ ਆ ਗਿਆ ਆਰਟੀਕਲ ਨੰਬਰ 88। ਆਰਟੀਕਲ ਨੰਬਰ 88 ਇਹ ਕਿਹਦੇ ਨਾਲ ਹੋਊਗਾ? ਇਹ ਕਹਿੰਦੇ ਜਿੰਨੇ ਵੀ ਮਿਨਿਸਟਰ ਨੇ ਪਾਰਲੀਮੈਂਟ ਦੇ ਵਿੱਚ, ਕਿੰਨੇ ਵੀ ਮਿਨਿਸਟਰ ਨੇ, ਉਹਨਾਂ ਨੂੰ ਕੀ ਰਾਈਟ ਨੇ, ਉੱਥੇ ਕੀ ਉਹਨਾਂ ਦੇ ਜਰਨਲ ਨੇ, ਉਹਨਾਂ ਬਾਰੇ ਦੱਸਿਆ। ਰਾਈਟ ਆਫ ਅਟਾਰਨੀ ਜਨਰਲ ਐਂਡ ਮਿਨਿਸਟਰ ਆਫ ਪਾਰਲੀਮੈਂਟ। ਉਹਨਾਂ ਕੋਲ ਕੀ ਰਾਈਟਸ ਹੋਣਗੇ ਤੇ ਕੀ ਉਹਨਾਂ ਦੇ ਲਾ ਹੋਣਗੇ, ਉਹ ਉਹਨਾਂ ਬਾਰੇ ਕਿਹੜਾ ਆਰਟੀਕਲ ਦੱਸਦਾ ਗਾ? 88। ਆਰਟੀਕਲ ਨੰਬਰ 88। ਇਹ ਆਪਣੇ ਹੋ ਗਏ ਕਿਹੜੇ? ਆਰਟੀਕਲ ਨੰਬਰ 88 ਤੱਕ। ਹੁਣ ਆਪਾਂ ਮੇਨ ਆਰਟੀਕਲ ਕਰਾਂਗੇ ਕਿਹੜੇ ਕਿਹਦੇ ਨਾਲ ਸੰਬੰਧਿਤ ਨੇ। ਆਰਟੀਕਲ ਨੰਬਰ 76। ਆਰਟੀਕਲ ਨੰਬਰ 76 ਕਿਹਦੇ ਨਾਲ ਸੰਬੰਧਿਤ ਆ? ਅਟਾਰਨੀ ਜਨਰਲ ਆਫ ਇੰਡੀਆ। ਕਿਹਦੇ ਨਾਲ? PM ਨਾਲ ਸੰਬੰਧਿਤ ਆ ਵੀ ਆਪਣਾ PM ਦੀਆਂ ਕੀ ਗੱਲਾਂ ਹੋਣਗੀਆਂ, ਕੀ ਉਹਦੇ ਕੋਲ ਲਾ ਹੋਣਗੇ। ਉਦੋਂ ਬਾਅਦ ਆ ਗਿਆ ਆਰਟੀਕਲ ਨੰਬਰ 165। ਇਹ ਕਿਹਦੇ ਨਾਲ ਸੰਬੰਧਿਤ ਆ? ਐਡਵੋਕੇਟ ਨਾਲ। ਐਡਵੋਕੇਟ ਮਤਲਬ CM, ਐਡਵੋਕੇਟ ਆਫ ਜਨਰਲ ਆਫ ਸਟੇਟ। ਇੰਡੀਆ ਦਾ ਕੀ ਹੁੰਦਾ? ਆਪਣਾ PM।
ਅਟਾਰਨੀ ਜਨਰਲ ਕਿਹੜਾ ਹੁੰਦਾ PM, ਤੇ ਐਡਵੋਕੇਟ ਕਿਹੜਾ ਹੁੰਦਾ ਸਟੇਟ ਦਾ CM। ਕੌਣ ਹੁੰਦਾ CM, ਚੀਫ ਮਿਨਿਸਟਰ। ਇਹਦੇ ਬਾਰੇ ਦੱਸਦਾ। ਅੱਗੇ ਆ ਗਿਆ 148 ਆਰਟੀਕਲ 148। ਇਹ ਕਿਹਦੇ ਬਾਰੇ ਦੱਸਦਾ, ਜੇ ਕੋਈ ਨਵੀਂ ਸ਼ੋਧ ਕਰਨੀ ਆ, ਜੇ ਕੋਈ ਨਵੀਂ ਸ਼ੋਧ ਕਰਨੀ ਆ ਉਹ ਕਰਾਂਗੇ। ਇਹਨੂੰ ਕੀ ਕਹਿੰਦੇ ਕਮੇਟੀ ਨੂੰ, ਕੀ CAG ਕਹਿ ਦਿੰਦੇ ਆ, ਕੰਟਰੋਲ ਅਡਿਟਰ ਜਨਰਲ ਆਫ ਇੰਡੀਆ। ਕੰਟਰੋਲ ਅਡਿਟਰ ਜਨਰਲ ਆਫ ਇੰਡੀਆ, ਇਹ ਕੀ ਆ CAG। ਇਹ 'ਚ ਕੀ ਆ, ਜੇ ਕੋਈ ਵੀ ਆਪਣੀ ਕੋਈ ਚੀਜ਼ ਨਵੀਂ ਅਡਿਟ ਕਰਨੀ ਆ, ਕੋਈ ਨਵਾਂ ਰੂਲ ਆ ਜਾਂ ਕੋਈ ਨਵੀਂ ਕੋਈ ਚੀਜ਼ ਆ ਰਹੀ ਆ ਲਾ ਦੇ ਪ੍ਰਤੀ ਵੀ ਕੋਈ ਨਵਾਂ ਅਮੈਂਡਮੈਂਟ ਕਰਨੀ ਆ, ਸ਼ੋਧ ਕਰਨੀ ਆ, ਉਹ ਆਪਾਂ ਨਵੀਂ ਕੋਈ ਐਡ ਕਰਨੀ ਆ ਜਾਂ ਕੋਈ ਸ਼ੋਧ ਕਰਨੀ ਆ ਜਾਂ ਕੋਈ ਬੰਦ ਕਰਨਾ, ਉਹ ਆਪਾਂ ਕੀ ਕਰ ਸਕਦੇ, ਇਹਦੇ ਥਰੂ ਕਰ ਸਕਦੇ ਹਾਂ, CAG ਥਰੂ। ਇਹ ਕੰਟਰੋਲ ਬੋਰਡ ਰਾਹੀਂ ਇਹਦੇ ਰਾਹੀਂ ਕਰ ਸਕਦੇ। ਅੱਗੇ ਆ ਗਿਆ ਆਰਟੀਕਲ ਨੰਬਰ 279A 279A। ਇਹ ਕੀ ਕਹਿੰਦਾ, ਗੁਡਸ ਐਂਡ ਸਰਵਿਸ ਟੈਕਸ। ਇਹ GST, ਇਹ ਕਿਹਦੇ ਬਾਰੇ ਦੱਸਦਾ ਹੈਗਾ, GST, ਗੁਡਸ ਐਂਡ ਸਰਵਿਸ ਟੈਕਸ। ਗੁਡਸ ਐਂਡ ਸਰਵਿਸ ਟੈਕਸ GST ਇਹਦੇ ਬਾਰੇ। GST ਕਿਵੇਂ ਹੁੰਦਾ, GST ਆਪਣਾ ਕਿੰਨੀਆਂ ਗੁਡਸ ਤੇ ਕਿੰਨਾ ਟੈਕਸ ਲੱਗ ਰਿਹਾ, ਕਿੰਨੀਆਂ ਚੀਜ਼ਾਂ ਵੇਚ ਰਹੇ ਆ, ਇਹ ਚੀਜ਼ਾਂ ਬਾਰੇ ਸਾਰਾ ਲੇਖਾ ਜੋਖਾ ਇਹਦੇ ਵਿੱਚ ਦੱਸਿਆ ਜਾਂਦਾ। ਅਗਲਾ ਆ ਗਿਆ ਅਗਲਾ ਆਰਟੀਕਲ ਨੰਬਰ ਕਿਹੜਾ ਹੋ ਗਿਆ, 280। ਆਰਟੀਕਲ ਨੰਬਰ 280, ਇਹਦੇ ਵਿੱਚ ਕੀ ਦੱਸਿਆ ਜਾਂਦਾ 280 ਦੇ ਵਿੱਚ, ਫਾਈਨਾਂਸ ਕਮਿਸ਼ਨ। ਫਾਈਨਾਂਸ ਕਮਿਸ਼ਨ, ਫਾਈਨਾਂਸ ਕਮਿਸ਼ਨ ਕੀ ਹੁੰਦਾ ਵੀ ਕਿਹੜਾ ਲੇਖਾ ਜੋਖਾ, ਕਿਹੜੇ ਕਿਹੜੇ ਆਫਿਸਰ ਹੋਣਗੇ ਆਪਣੇ ਲੇਖੇ ਜੋਖੇ ਵਾਲੇ, ਮਤਲਬ ਵਿੱਤ ਮੰਤਰੀ ਹੋ ਗਿਆ ਜਾਂ ਕੋਈ ਹੋਰ ਹੋ ਗਏ ਜਿਹੜੇ ਕੀ ਆ ਪੈਸੇ ਨਾਲ ਰਿਲੇਟਡ ਨੇ, ਉਹਦੇ ਵਿੱਚ ਕਮਿਸ਼ਨ ਕਿਹੜੇ ਕਿਹੜੇ ਹੋਣਗੇ, ਇਹ ਚੀਜ਼ਾਂ ਬਾਰੇ ਦੱਸਦਾ। ਅਗਲਾ ਆ ਗਿਆ 315 ਆਰਟੀਕਲ ਨੰਬਰ 315। ਇਹ ਕਿਹਦੇ ਬਾਰੇ ਦੱਸੂਗਾ, UPSC ਬੋਰਡ। ਆਪਣਾ ਬੋਰਡ ਬਣਾਇਆ ਹੈ ਇਹਦੇ ਅੰਡਰ UPSC। ਇਹ ਆਰਟੀਕਲ ਤਹਿਤ 315 ਆਰਟੀਕਲ ਤਹਿਤ UPSC ਦੀ ਫੁੱਲ ਫਾਰਮ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ। ਇਹਦੇ ਵਿੱਚ ਕੀ ਗੱਲਾਂ ਹੋਣਗੀਆਂ, UPSC ਕੀ ਦੱਸਦਾ, ਇਹ ਕਹਿੰਦੇ ਵੀ ਇਹ ਕਿਹਦੇ ਲਈ ਬਣਾਇਆ ਗਿਆ UPSC ਬਣਾਇਆ ਗਿਆ ਆਪਾਂ ਨੂੰ ਰੋਜ਼ਗਾਰ ਦੇਣ ਲਈ, ਲੋਕਾਂ ਨੂੰ ਰੋਜ਼ਗਾਰ ਦੇਣ ਲਈ, ਜਿਹੜਾ ਜਿਹਦੇ ਲਈ ਹੱਕਦਾਰ ਹੈਗਾ, ਇਹ ਆਪਣੇ ਬਣਾਇਆ ਗਿਆ ਵੀ ਆਪਾਂ ਨੂੰ ਯੋਗਤਾ ਦੇਣ ਲਈ। ਅਗਲਾ ਆ ਗਿਆ ਆਰਟੀਕਲ ਨੰਬਰ 324। ਇਹਦੇ ਵਿੱਚ ਕੀ ਕਰਦਾ, ਇਲੈਕਸ਼ਨ ਕਮਿਸ਼ਨ। ਇਹ 'ਚ ਇਲੈਕਸ਼ਨ ਕਮਿਸ਼ਨ ਕੌਣ ਹੋਣਗੇ, ਹੁਣ ਕੌਣ ਆਪਣੇ ਇਲੈਕਸ਼ਨ ਕਮਿਸ਼ਨਰ, ਸੁਸ਼ੀਲ ਚੰਦਰਾ, ਹੈ ਨਾ, ਸੁਸ਼ੀਲ ਚੰਦਰਾ। ਇਲੈਕਸ਼ਨ ਕਮਿਸ਼ਨ ਇਹਦੇ ਵਿੱਚ ਹੋਣਗੇ, ਇਲੈਕਸ਼ਨ ਕਮਿਸ਼ਨ ਬਾਰੇ ਗੱਲ ਦੱਸੀ ਗਈ ਹੈ 324 ਦੇ ਵਿੱਚ। ਉਦੋਂ ਆ ਗਿਆ 338 ਦੇ ਵਿੱਚ। 338 ਦੇ ਵਿੱਚ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟ, ਵੀ ਅਲੱਗ ਕੀ ਬਣਾਇਆ ਹੈਗਾ, ਇੱਕ ਕਮਿਸ਼ਨ ਬਣਾਈ ਕੀ ਆ ਜਿਹਦੇ ਵਿੱਚ ਕੀ ਹੈ ਸ਼ਡਿਊਲਡ ਕਾਸਟਾਂ ਨੇ ਜਿਹੜੀਆਂ, ਉਹਨਾਂ ਲਈ ਕੋਈ ਰੂਲ ਬਣਾਉਣੇ, ਉਹਨਾਂ ਦਾ ਕੋਈ ਅਲੱਗ ਪ੍ਰਕਿਰਿਆ ਕਰਨੀ, ਕੋਈ ਵੀ ਇਹਦੇ ਵਿੱਚ 338 ਆਰਟੀਕਲ ਦੇ ਵਿੱਚ ਹੋਊਗਾ ਸ਼ਡਿਊਲਡ ਕਾਸਟ ਦੀ ਕਮਿਸ਼ਨਰ, ਨੈਸ਼ਨਲ ਕਮਿਸ਼ਨਰ। ਅੱਗੇ ਆਰਟੀਕਲ ਨੰਬਰ 50। ਆਰਟੀਕਲ ਨੰਬਰ 50 ਕਿਹਦੇ ਬਾਰੇ ਦੱਸਦਾ ਹੈਗਾ, ਨਿਆਂਪਾਲਿਕਾ ਅਤੇ ਕਾਰਜਪਾਲਿਕਾ ਵੱਖ-ਵੱਖ ਤੌਰ ਤੇ ਕੰਮ ਕਰਨਗੇ। ਇਹ 'ਚ ਕਹਿੰਦੇ ਜਿਹੜੇ ਨਿਆਂਪਾਲਿਕਾ ਮਤਲਬ ਜੱਜ ਆ, ਸੁਪਰੀਮ ਕੋਰਟ ਆ, ਹਾਈ ਕੋਰਟ ਆ, ਇਹ ਸਾਰੇ ਹੋ ਗਏ। ਇਹ ਨਿਆਂਪਾਲਿਕਾ ਇਹ ਕੀ ਕਰ ਸਕਦੀ ਆ, ਇਹ ਅਲੱਗ ਹੋਊਗੀ, ਇਹਦਾ ਕੋਈ ਲਿੰਕ ਨਹੀਂ ਹੋਣਾ ਕਿਹਦੇ ਨਾਲ, ਕਾਰਜਕਾਲ ਜਿਹੜੇ ਸਰਕਾਰੀ ਉਹ ਹੋਣਗੇ, ਮਤਲਬ ਸਰਕਾਰੀ ਜੋਬ ਵਾਲੇ ਹੋਣਗੇ, ਜਾਂ ਕੋਈ ਪਾਰਲੀਮੈਂਟ ਹੋਊਗੀ, ਜਾਂ ਕੋਈ ਵੀ ਇਲੈਕਸ਼ਨ ਪਾਰਟੀ ਹੋਊਗੀ, ਕੋਈ ਵੀ ਮਤਲਬ ਪਾਰਟੀ ਹੋਊ, ਉਹਦੇ ਨਾਲ ਕੋਈ ਵੀ ਸੰਬੰਧ ਨਹੀਂ ਹੋਣਾ, ਰਾਜਨੀਤੀ ਨਾਲ ਕੋਈ ਵੀ ਸੰਬੰਧ ਨਹੀਂ ਹੋਣਾ। ਜਿਹੜੇ ਕਹਿੰਦੇ ਕਾਰਜਕਾਲ ਆ, ਉਹਨਾਂ ਦਾ ਸੰਬੰਧ ਕਿਹਦੇ ਨਾਲ ਨਹੀਂ ਹੋਣਾ, ਵੀ ਇੰਟਰਫੇਅਰ ਨਹੀਂ ਕਰ ਸਕਦੀ ਕਿਸ 'ਚ, ਨਿਆਂਪਾਲਿਕਾ 'ਚ। ਇੱਕ ਦੂਜੇ ਅਲੱਗ-ਅਲੱਗ ਬਣਾਈਆਂ ਨੇ, ਨਿਆਂਪਾਲਿਕਾ ਅਲੱਗ ਹੈਗਾ ਤੇ ਦੇਸ਼ ਨੂੰ ਚਲਾਉਣ ਵਾਲੀਆਂ ਸ਼ਕਤੀਆਂ ਅਲੱਗ ਨੇ। ਆਰਟੀਕਲ ਨੰਬਰ 108 ਇਹ 'ਚ ਕੀ ਗੱਲ ਕੀਤੀ ਹੈ, ਜੁਆਇੰਟ ਸਿਟਿੰਗ ਪਾਰਲੀਮੈਂਟ, ਵੀ ਕੀ ਹੋਊਗੀ ਜਿਹੜੀ ਪਾਰਲੀਮੈਂਟ ਆਪਣੀ ਦੋ ਆ ਨਾ, ਪਾਰਲੀਮੈਂਟਾਂ ਦੋ ਵੰਡੀਆਂ ਗਈਆਂ ਨੇ, ਇੱਕ ਲੋਅਰ ਹਾਊਸ, ਇੱਕ ਅੱਪਰ ਹਾਊਸ, ਲੋਕ ਸਭਾ ਤੇ ਰਾਜ ਸਭਾ। ਉਹਨਾਂ ਤਿੰਨਾਂ ਨੂੰ ਉਹ ਦੋਨਾਂ ਨੂੰ ਇਕੱਠੇ ਬੁਲਾ ਕੇ ਕੋਈ ਫੈਸਲਾ ਲੈ ਸਕਦੇ,
ਇਹ ਕਿਹੜਾ ਆਰਟੀਕਲ ਦੱਸਦਾ? 108 ਆਰਟੀਕਲ ਕਹਿੰਦਾ ਗਾ ਵੀ ਜੁਆਇੰਟ ਸਿਟਿੰਗ ਹੋ ਸਕਦੀ, ਦੋਨੇ ਪਾਰਲੀਮੈਂਟ, ਦੋਨੇ ਸਦਨ ਇਕੱਠੇ ਬੈਠ ਸਕਦੇ ਆ, ਲੋਕ ਸਭਾ ਤੇ ਰਾਜ ਸਭਾ। ਕਿਹਦੇ ਦੁਆਰਾ ਬਿਠਾਏ ਜਾਂਦੇ ਆ? ਲੋਕ ਸਭਾ ਦੇ ਸਪੀਕਰ ਦੁਆਰਾ। ਕੌਣ ਕਹਿੰਦਾ ਗਾ? ਰਾਸ਼ਟਰਪਤੀ ਸਪੀਕਰ ਨੂੰ ਕਹਿੰਦਾ, ਸਪੀਕਰ ਕਹਾਂ ਅਨਾਉਂਸ ਕਰਦਾ। ਅਗਲਾ ਆ ਗਿਆ 110, ਆਰਟੀਕਲ ਨੰਬਰ 110। ਇਹ ਕਿਹਦੇ ਬਾਰੇ ਦੱਸਦਾ? ਮਨੀ ਬਿੱਲ। ਕਿਹਦੇ ਬਾਰੇ ਦੱਸਦਾ? ਮਨੀ ਬਿੱਲ। ਕੋਈ ਵੀ ਮਨੀ ਬਿੱਲ ਪੇਸ਼ ਕਰਨਾ ਆਪਾਂ ਕਿੱਥੇ ਕਰਾਂਗੇ? ਲੋਕ ਸਭਾ ਦੇ ਵਿੱਚ, ਉਹਦੇ ਬਾਰੇ ਦੱਸਦਾ, ਮਨੀ ਬਿੱਲ ਬਾਰੇ। ਉਸ ਤੋਂ ਬਾਅਦ ਆ ਗਿਆ ਆਪਣਾ ਆਰਟੀਕਲ ਨੰਬਰ 112। ਇਹ ਕਿਹਦੇ ਬਾਰੇ ਦੱਸਦਾ ਗਾ? ਬਜਟ ਬਾਰੇ, ਫਾਈਨਾਂਸ ਪਲਾਨ ਬਾਰੇ। ਬਜਟ ਕੀ ਰੱਖਿਆ ਜਾਂਦਾ, ਕਿਹਦੇ ਲਈ ਰੱਖਿਆ ਜਾਂਦਾ, 112 ਆਰਟੀਕਲ ਦੇ ਵਿੱਚ ਦੱਸਿਆ ਹੋਇਆ। ਅਗਲਾ ਆ ਗਿਆ 117, ਆਰਟੀਕਲ ਨੰਬਰ 117। ਇਹਦੇ ਵਿੱਚ ਕੀ ਹੋਊਗਾ? ਫਾਈਨਾਂਸ ਬਿੱਲ। ਫਾਈਨਾਂਸ ਬਿੱਲ, ਲੇਖਾ ਜੋਖਾ, ਸਾਰਾ ਲੇਖਾ ਜੋਖਾ। ਉਹ ਚ ਮਨੀ ਬਿੱਲ ਚ ਕੀ ਹੋਊਗਾ? ਜਿੰਨੀ ਮਨੀ ਹੋਊਗੀ, ਮਨੀ ਬਾਰੇ ਕੋਈ ਗੱਲ, ਅਸੀਂ ਇੰਨੀ ਲੈਣੀ ਹੈ, ਇੰਨੀ ਦੇਣੀ ਹੈ, ਇਹ ਚ ਸਾਰਾ ਕੁਝ ਕਿੱਧਰੋਂ ਆ ਰਿਹਾ, ਕਿੱਧਰ ਜਾ ਰਿਹਾ, ਕੀ ਹੋ ਰਿਹਾ ਫਾਈਨਾਂਸ ਬਿੱਲ ਦੇ ਵਿੱਚ, ਸਾਰਾ ਕੁਝ 117 ਆਰਟੀਕਲ। ਆਪਣਾ ਅਗਲਾ ਆਰਟੀਕਲ ਕਿਹੜਾ ਗਾ? 222। 222 ਆਰਟੀਕਲ। 222 ਆਰਟੀਕਲ ਕੀ ਕਹਿੰਦਾ? ਟਰਾਂਸਫਰ ਆਫ ਹਾਈ ਕੋਰਟ ਜਜਿਸ। ਹਾਈ ਕੋਰਟ ਦੇ ਜੱਜ ਨੇ, ਉਹਨਾਂ ਦਾ ਤਬਾਦਲਾ ਹੋ ਸਕਦਾ, ਉਹਨਾਂ ਦਾ ਤਬਾਦਲਾ ਹੋ ਸਕਦਾ। ਕਿਹੜੇ ਆਰਟੀਕਲ ਦੇ? 222 ਦੇ ਤਹਿਤ। ਉਹ ਆਪਣਾ ਹਾਈ ਕੋਰਟ 226 ਦੇ ਤਹਿਤ ਹੈ ਨਾ, 226 ਆਰਟੀਕਲ ਦੇ ਵਿੱਚ ਲਿਖਿਆ ਹੋਇਆ ਹਾਈ ਕੋਰਟ। ਨਾਲ ਹੀ ਇਹ ਲਿਖ ਲਓ, 226 ਆਰਟੀਕਲ ਕਿਹਦੇ ਤਹਿਤ ਆ? ਹਾਈ ਕੋਰਟ ਆ। ਹਾਈ ਕੋਰਟ ਬਾਰੇ ਦੱਸਦਾ 226 ਸੀ ਇੱਥੇ, ਹਾਈ ਕੋਰਟ। ਉਦੋਂ ਬਾਅਦ ਆ ਗਿਆ 44। 44 ਜੋ ਕਿ ਕਾਨੂੰਨ ਬਣੇਗਾ ਤਾਂ ਸਾਰਿਆਂ ਲਈ ਇੱਕ ਬਣੇਗਾ। ਇਹ ਆਰਟੀਕਲ ਕੀ ਦੱਸਦਾ ਗਾ? ਜੋ ਵੀ ਕਾਨੂੰਨ ਬਣੂਗਾ ਨਾ, ਉਹ ਸਾਰਿਆਂ ਲਈ ਇੱਕ ਬਣੂਗਾ, ਕਿਸੇ ਲਈ ਕੋਈ ਇੰਟਰਫੇਅਰ ਨਹੀਂ, ਕੋਈ ਜਾਤ ਪਾਤ ਨਹੀਂ, ਕੁਛ ਨਹੀਂ, ਸਭ ਲਈ ਇੱਕ ਹੋਊਗਾ। ਇਹ ਕਿਹੜਾ ਆਰਟੀਕਲ ਦੱਸਦਾ? 44। ਉਸ ਤੋਂ ਬਾਅਦ ਆ ਗਿਆ ਆਰਟੀਕਲ ਨੰਬਰ 48A। 48A। 48A ਇਹ ਕੀ ਦੱਸਦਾ ਗਾ? ਇਨਵਾਇਰਨਮੈਂਟ ਨੂੰ ਬਚਾਉਣ ਲਈ, ਆਪਣੇ ਵਾਤਾਵਰਨ ਨੂੰ ਬਚਾਉਣ ਲਈ ਤੇ ਉਹ 'ਚ ਨਵੀਂ ਸ਼ੋਧ ਕਰਨ ਲਈ ਇਹ ਆਰਟੀਕਲ ਬਣਾਇਆ ਗਿਆ ਵੀ ਆਪਣਾ ਆਲਾ ਦੁਆਲਾ ਕੀ ਸਾਫ਼ ਰੱਖਣਾ ਗਾ। ਉਹਦੇ ਵਿੱਚ ਕੋਈ ਨਵੀਂ ਸ਼ੋਧ ਹੋਊਗੀ ਤੇ ਦਰਖਤ ਲਗਾਉਣੇ ਆ ਤੇ ਆਪਾਂ ਉਹਨੂੰ ਬਚਾਉਣਾ ਗਾ, ਆਪਦੇ ਇਨਵਾਇਰਨਮੈਂਟ ਨੂੰ, ਵੀ ਪੋਲਿਊਟਡ ਨਹੀਂ ਕਰਨਾ, ਜ਼ਿਆਦਾ ਕਿ ਖਰਾਬ ਨਹੀਂ ਕਰਨਾ ਆਪਾਂ ਨੇ। ਇਹ ਕਿਹੜਾ ਆਰਟੀਕਲ ਦੱਸਦਾ? 48। ਉਸ ਤੋਂ ਬਾਅਦ ਆ ਗਏ ਬਸ 4 ਕੁ ਹੋਰ ਰਹਿ ਗਏ ਆਪਣੇ ਜਿਹੜੇ ਮੇਨ ਨੇ। ਆਰਟੀਕਲ ਨੰਬਰ 370। ਆਰਟੀਕਲ ਨੰਬਰ 370। ਆਰਟੀਕਲ ਨੰਬਰ 35A। ਇਹ ਦੋਨੇ ਕਿਹਦੇ ਲਈ ਨੇ? ਜੰਮੂ ਕਸ਼ਮੀਰ ਲਈ ਨੇ, ਜੰਮੂ ਐਂਡ ਕਸ਼ਮੀਰ ਲਈ। ਇਹ ਹੁਣ ਕੀ ਹੋ ਚੁੱਕਿਆ? ਬੰਦ। ਇਹ ਹੁਣ ਹੋ ਚੁੱਕਿਆ ਬੰਦ। 370 ਧਾਰਾ ਕਿਹਦੇ ਲਈ ਸੀਗੀ? ਸਪੈਸ਼ਲ ਸਟੇਟ, ਕਿ ਜੰਮੂ ਕਸ਼ਮੀਰ ਨੂੰ ਸਪੈਸ਼ਲ ਸਟੇਟ ਦਾ ਦਰਜਾ ਦਿੱਤਾ ਗਿਆ। ਤੇ ਜਿਹੜਾ 335A ਸੀਗਾ, ਇਹ 'ਚ ਕੌਂਸਟੀਟਿਊਸ਼ਨ ਬਣਾਇਆ ਗਿਆ ਸੀ, ਇਹਦਾ ਅਲੱਗ ਕੌਂਸਟੀਟਿਊਸ਼ਨ, ਉਹਦੇ ਅਲੱਗ ਰੂਲ ਬਣਾਏ ਗਏ ਸੀ, ਕੁਝ ਕੁ ਅਲੱਗ ਰੂਲ ਬਣਾਏ ਗਏ ਸੀ ਵੀ ਉੱਥੇ ਜਾ ਕੇ ਕੋਈ ਕੰਮ ਨਹੀਂ ਕਰ ਸਕਦਾ ਆਪਣਾ ਇੱਧਰਲਾ ਬੰਦਾ, ਕੋਈ ਜ਼ਮੀਨ ਨਹੀਂ ਲੈ ਸਕਦਾ, ਤੇ ਉਹਨਾਂ ਨੂੰ ਕੋਈ ਸਰਵਿਸ ਨਹੀਂ ਮਿਲਣੀ, ਜਾਂ ਉਹਨਾਂ ਨੂੰ ਹੋਰ ਕੋਈ ਗੱਲਾਂ ਹੋ ਗਈਆਂ ਵਾਧੂ, ਕੋਈ ਰਹਿਣ ਸਹਿਣ ਦਾ ਕੰਮ ਵੀ ਕਿਵੇਂ ਤੁਸੀਂ ਕਰ ਸਕਦੇ, ਕੋਈ ਜੋਬ ਨਹੀਂ ਲੈ ਸਕਦਾ ਸਰਕਾਰੀ। ਉਹ ਜਿਵੇਂ ਹੁਣ ਇੱਧਰ ਆ ਕੇ ਤਾਂ ਉਹ ਕੰਮ ਕਰ ਸਕਦੇ, ਆਪਾਂ ਉੱਧਰ ਜਾ ਕੇ ਕੰਮ ਨਹੀਂ ਕਰ ਸਕਦੇ, ਇਕੱਲਾ ਟਰਾਂਸਪੋਰਟ ਦਾ ਕੰਮ ਕਰ ਸਕਦੇ ਹਾਂ। ਇਹ ਚੀਜ਼ਾਂ ਬਾਰੇ ਇਕੱਲੀ ਗੱਲ ਲਿਖੀ ਹੋਈ ਸੀ, ਇਹ ਕੌਂਸਟੀਟਿਊਸ਼ਨ ਬਣਾਇਆ ਸੀ। ਇਹ ਦੋਨੇ ਹੁਣ ਕੀ ਹੋ ਚੁੱਕੇ ਆ? ਬੰਦ। ਇਹ ਦੋਨੇ ਹੋ ਕੀ ਚੁੱਕੇ ਆ ਹੁਣ? ਬੰਦ, ਬੈਨ ਹੋ ਗਏ। ਹੁਣ ਉੱਥੇ ਨਵਾਂ ਰੂਲ ਕੀ ਕਰਦਾ? ਕਹਿੰਦੇ ਜੇ ਨਾਗਰਿਕਤਾ ਲੈਣੀ ਆ ਉੱਥੇ 15 ਸਾਲ ਬਾਅਦ ਕੀ ਉੱਥੇ ਨਾਗਰਿਕਤਾ ਮਿਲੂਗੀ ਤੁਹਾਨੂੰ। ਜੰਮੂ ਕਸ਼ਮੀਰ 'ਚ ਜੇ ਕੋਈ ਜਾਂਦਾ ਬੰਦਾ 15 ਸਾਲ ਬਾਅਦ ਨਾਗਰਿਕਤਾ ਮਿਲੂ। ਪਰ ਜੇ ਕਹਿੰਦੇ 8ਵੀਂ ਤੇ 12ਵੀਂ ਉੱਥੇ, 10ਵੀਂ ਤੇ 12ਵੀਂ ਉੱਥੇ ਕਰਦਾ, 10ਵੀਂ ਤੇ 12ਵੀਂ ਉੱਥੇ ਕਰਦਾ ਕੋਈ ਜਵਾਕ, ਉਹਨੂੰ 7 ਸਾਲਾਂ ਬਾਅਦ ਨਾਗਰਿਕਤਾ ਮਿਲ ਜੂਗੀ, ਉਹਨੂੰ 7 ਸਾਲਾਂ ਬਾਅਦ ਨਾਗਰਿਕਤਾ ਮਿਲ ਜੂ। ਪਰ ਜੇ ਕੋਈ ਐਵੇਂ ਆਪਣੇ ਵਰਗਾ ਜਾਂਦਾ ਗਾ ਬਿਨਾਂ ਪੜ੍ਹਨ ਤੋਂ, ਵੀ ਪੜ੍ਹਨ ਦੇ ਜ਼ਰੀਏ ਨਹੀਂ ਜਾਂਦਾ, ਤਾਂ ਉਹਨੂੰ ਕਿੰਨਾ ਟਾਈਮ ਲਾਉਣਾ ਪਊ? 15 ਸਾਲ। ਹੁਣ 3 ਹੋਰ ਆਰਟੀਕਲ ਰਹਿ ਗਏ। ਐਮਰਜੈਂਸੀ। ਐਮਰਜੈਂਸੀ ਹੁਣ ਇਹ 'ਚ ਕੀ ਆ ਗਿਆ? ਐਮਰਜੈਂਸੀ 'ਚ 352 ਆਰਟੀਕਲ ਕੀ ਕਹਿੰਦਾ? ਐਮਰਜੈਂਸੀ ਦੇ ਵਿੱਚ 3 ਆਰਟੀਕਲ ਨੇ, 352, 356 ਤੇ 360। 4 ਸਾਲ ਦਾ ਫਰਕ, 4 ਦਾ ਫਰਕ, ਸਾਲ ਦਾ ਨਹੀਂ, 4 ਦਾ ਫਰਕ। 352 ਆਰਟੀਕਲ ਕਿਹਦਾ? ਕਹਿੰਦਾ ਨੈਸ਼ਨਲ ਐਮਰਜੈਂਸੀ। ਨੈਸ਼ਨਲ ਐਮਰਜੈਂਸੀ
ਨੈਸ਼ਨਲ ਐਮਰਜੈਂਸੀ ਕਿਹਦੇ ਦੁਆਰਾ ਤਾਂ ਕਹਿੰਦਾ ਮਤਲਬ ਰਾਸ਼ਟਰੀ ਐਮਰਜੈਂਸੀ, ਸਾਰਾ ਦੇਸ਼ ਬੰਦ। ਕੌਣ ਕਹਿ ਸਕਦਾ? ਰਾਸ਼ਟਰਪਤੀ। ਰਾਸ਼ਟਰਪਤੀ। ਜੇ ਸਟੇਟ ਐਮਰਜੈਂਸੀ ਕੌਣ ਲਾ ਸਕਦਾ? ਅਗਲਾ ਆ ਗਿਆ ਆਰਟੀਕਲ ਕਹਿੰਦਾ ਸਟੇਟ ਐਮਰਜੈਂਸੀ। ਸਟੇਟ ਐਮਰਜੈਂਸੀ ਇਹ ਕਹਿੰਦਾ ਸਟੇਟ 'ਚ ਐਮਰਜੈਂਸੀ ਕੌਣ ਲਾ ਸਕਦਾ? ਗਵਰਨਰ ਦੁਆਰਾ। ਆਪਣੇ ਇਹਦਾ ਗਵਰਨਰ ਨਾਲ ਰਾਸ਼ਟਰਪਤੀ ਦੇ ਨਾਲ ਮਿਲ ਕੇ। ਇਹ 'ਚ ਕੀ ਹੋ ਜਾਊਗਾ? ਕੌਣ ਲਾਊਗਾ? ਕਿਹੜਾ ਆਰਟੀਕਲ ਕਹਿੰਦਾ? 356 ਕਿਹਦੇ ਬਾਰੇ? ਸਟੇਟ ਐਮਰਜੈਂਸੀ। 352 ਨੈਸ਼ਨਲ ਐਮਰਜੈਂਸੀ। 360 ਕਿਹਦੇ ਬਾਰੇ ਕਹਿੰਦਾ ਗਾ? ਫਾਈਨਾਂਸ, ਵਿੱਤ। ਵਿੱਤ ਐਮਰਜੈਂਸੀ। ਵਿੱਤ ਐਮਰਜੈਂਸੀ ਮਤਲਬ ਫਾਈਨਾਂਸ ਬਾਰੇ ਦੱਸਦਾ। ਮਤਲਬ ਕੌਣ ਲਾ ਸਕਦਾ? ਇਹ ਉੱਥੋਂ ਦੇ ਵਿੱਤ ਮੰਤਰੀ, ਜਿਹੜੇ ਫਾਈਨਾਂਸ ਮਿਨਿਸਟਰ ਹੋਣਗੇ, ਉਹ ਲਗਾ ਸਕਦੇ ਵੀ ਆਪਾਂ ਨੂੰ ਘਾਟਾ ਪੈ ਚੁੱਕਿਆ, ਵੀ ਆਪਣਾ ਜਿਹੜਾ ਹਿਸਾਬ ਕਿਤਾਬ ਆ ਆਪਣੇ ਕੋਲੇ, ਜਾਂ ਕੋਈ ਆਪੱਤੀ ਕਾਲ ਕਹਿ ਸਕਦਾ, ਮਤਲਬ ਆਪਣੇ ਕੋਲੇ ਕੀ ਆ, ਪੈਸਾ ਜਮੀ ਨਹੀਂ ਹੈਗਾ, ਖਤਮ, ਆਪਣੇ ਕੋਲੇ ਖਜ਼ਾਨਾ ਖਾਲੀ ਆ, ਤਾਂ ਇਹ ਕਿਹੜੀ ਐਮਰਜੈਂਸੀ ਲੱਗ ਸਕਦੀ ਆ? ਫਾਈਨਾਂਸ ਐਮਰਜੈਂਸੀ 360 ਆਰਟੀਕਲ ਦੇ ਤਹਿਤ। ਆਪਾਂ ਟੋਟਲ ਆਰਟੀਕਲ ਜਿਹੜੇ ਆਪਾਂ ਨੂੰ ਮੇਨ ਸੀ, ਉਹ ਆਪਾਂ ਸਾਰੇ ਕਰ ਲਏ ਆ। ਜੇ ਕੋਈ ਲੱਗਦਾ ਕਿਸੇ ਨੂੰ ਮੇਨ ਹੋਰ ਰਹਿ ਗਿਆ ਤਾਂ ਕਮੈਂਟ ਕਰਕੇ ਦੱਸ ਦਿਓ, ਆਪਾਂ ਉਹਨੂੰ ਡਿਸਕਸ ਕਰ ਲਵਾਂਗੇ। ਮੇਨ ਜਿਹੜੇ ਸੀਗੇ ਆਪਾਂ ਕਰ ਲਏ। ਹੁਣ ਅਗਲੀਆਂ ਵੀਡੀਓ ਦੇ ਵਿੱਚ ਆਪਾਂ ਪਾਰਲੀਮੈਂਟ, ਰਾਸ਼ਟਰਪਤੀ ਅਤੇ ਹੋਰ ਜਿਹੜੇ ਸ਼ਡਿਊਲ ਦਿੱਤੇ ਹਨ ਉਹਨਾਂ ਬਾਰੇ ਕਰਾਂਗੇ। ਓਕੇ, ਥੈਂਕ ਯੂ।